ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਮਾਤ 12ਵੀਂ ਦਾ ਇਲੈਕਟਿਵ ਪੰਜਾਬੀ ਦਾ ਵਿਸ਼ਾ ਕਵਿਤਾ ਪੜ੍ਹਾਂਗੇ। ਕਵਿਤਾ ਸਾਹਿਤ ਬੋਧ ਪੁਸਤਕ ਵਿੱਚ ਦਰਜ ਹੈ। ਪਹਿਲਾਂ ਕਵਿਤਾ ਬਾਰੇ। ਕਵਿਤਾ ਦਾ ਜਨਮ ਹਰ ਸਾਹਿਤ ਵਿੱਚ ਵਾਰਤਕ ਤੋਂ ਪਹਿਲਾਂ ਹੁੰਦਾ ਹੈ। ਕਵਿਤਾ ਕਵੀ ਦੇ ਹਿਰਦੇ ਵਿੱਚੋਂ ਆਪ ਮੁਹਾਰੇ ਫੁੱਟਦੀ ਹੈ ਅਤੇ ਆਪ ਮੁਹਾਰੇ ਹੀ ਇੱਕ ਵਹਾਅ ਅੰਦਰ ਤੁਰੀ ਜਾਂਦੀ ਹੈ। ਕਵਿਤਾ ਦੀ ਪਰਿਭਾਸ਼ਾ ਜੋ ਵੱਖ-ਵੱਖ ਵਿਦਵਾਨਾਂ ਵੱਲੋਂ ਦਿੱਤੀ ਗਈ ਹੈ। ਫਸਟ, ਸਵਿਨਬਰਨ ਅਨੁਸਾਰ ਕਵਿਤਾ ਮਨੁੱਖ ਦੀ ਆਤਮਾ ਦੀ ਆਵਾਜ਼ ਹੁੰਦੀ ਹੈ। ਸ਼ੈਲੇ ਦੇ ਸ਼ਬਦਾਂ ਵਿੱਚ ਕਵਿਤਾ ਸੰਸਾਰ ਦੀ ਛੁਪੀ ਸੁੰਦਰਤਾ ਤੋਂ ਪਰਦਾ ਉਠਾਉਂਦੀ ਹੈ ਅਤੇ ਜਾਣੀਆਂ ਪਹਿਚਾਨੀਆਂ ਚੀਜ਼ਾਂ ਨੂੰ ਅਜਿਹੀ ਸ਼ਕਲ ਦਿੰਦੀ ਹੈ ਜਿਵੇਂ ਉਹ ਜਾਣੀਆਂ ਪਹਿਚਾਨੀਆਂ ਨਾ ਹੋਣ। ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ। ਕਵਿਤਾ ਨੂੰ ਜੀਵਨ ਦਾ ਸੱਚ ਅਤੇ ਪਰਮਾਤਮਾ ਤੱਕ ਪਹੁੰਚਣ ਦਾ ਸਾਧਨ ਸਮਝਿਆ ਜਾਂਦਾ ਹੈ। ਸਦੀਵੀਪਨ ਦੀ ਤਲਾਸ਼ ਕਵਿਤਾ ਰਾਹੀਂ ਹੋ ਸਕਦੀ ਹੈ। ਪਰਿਭਾਸ਼ਾ ਤੋਂ ਬਾਅਦ ਅਸੀਂ ਕਵਿਤਾ ਦੇ ਤੱਤਵ ਕਰਾਂਗੇ। ਪਹਿਲਾ ਤੱਤ ਕਲਪਨਾ। ਕਵਿਤਾ ਦੇ ਤੱਤਾਂ ਅੰਦਰ ਪਹਿਲਾ ਸਥਾਨ ਕਲਪਨਾ ਦਾ ਹੈ। ਕਵੀ ਆਪਣੀ ਖਿਆਲ ਉਡਾਰੀ ਰਾਹੀਂ ਉੱਥੇ ਪਹੁੰਚ ਸਕਦਾ ਹੈ ਜਿੱਥੇ ਆਮ ਇਨਸਾਨ ਪਹੁੰਚਣ ਦੀ ਸੋਚ ਵੀ ਨਹੀਂ ਸਕਦਾ। ਕਵੀ ਆਪਣੀ ਕਲਪਨਾ ਰਾਹੀਂ ਘਟਨਾਵਾਂ ਜਾਂ ਚੀਜ਼ਾਂ ਦੇ ਡੂੰਘੇ ਅਰਥ ਤਲਾਸ਼ ਕਰ ਲੈਂਦਾ ਹੈ। ਉਹ ਆਲੇ ਦੁਆਲੇ ਤੋਂ ਜੀਵਨ ਦੀਆਂ ਡੂੰਘਿਆਈਆਂ ਸੱਚਾਈਆਂ ਦੀ ਤਲਾਸ਼ ਕਰਕੇ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਂਦਾ ਹੈ। ਦੂਸਰਾ ਤੱਤ ਜਜ਼ਬਾ ਜਾਂ ਵਲਵਲਾ। ਕਵਿਤਾ ਵਿਅਕਤੀ ਦੇ ਮਨ ਅੰਦਰਲੇ ਵਲਵਲਿਆਂ ਅਤੇ ਜਜ਼ਬਿਆਂ ਦਾ ਪ੍ਰਗਟਾਅ ਹੁੰਦੀ ਹੈ। ਜਿਹੜੀ ਕਵਿਤਾ ਜਜ਼ਬੇ ਦੇ ਪੱਖ ਤੋਂ ਕਮਜ਼ੋਰ ਹੁੰਦੀ ਹੈ ਉਸ ਦਾ ਪੱਧਰ ਕਦੇ ਵੀ ਉੱਚਾ ਨਹੀਂ ਹੋ ਸਕਦਾ। ਜਿੰਨਾ ਜ਼ਿਆਦਾ ਕੋਈ ਜਜ਼ਬਾਤੀ ਹੁੰਦਾ ਹੈ ਉਨੀ ਚੰਗੀ ਕਵਿਤਾ ਉਹ ਲਿਖ ਸਕਦਾ ਹੈ। ਤੀਸਰਾ ਤੱਤ ਤਾਲ ਜਾਂ ਰਿਦਮ। ਕਵਿਤਾ ਅੰਦਰ ਤਾਲ ਜਾਂ ਰਿਦਮ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ। ਇਹ ਰਿਦਮ ਦੇ ਸਹਾਰੇ ਤੋਂ ਬਿਨਾਂ ਸਰੋਤੇ ਜਾਂ ਪਾਠਕ ਨੂੰ ਅਪੀਲ ਨਹੀਂ ਕਰ ਸਕਦੀ। ਕਵਿਤਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਛੰਦ ਤੋਂ ਬਿਨਾਂ ਚੰਗੀ ਲੱਗ ਸਕਦੀ ਹੈ ਪਰ ਰਿਦਮ ਤੋਂ ਬਿਨਾਂ ਨਹੀਂ ਚੱਲ ਸਕਦੀ। ਪ੍ਰਵਾਹ। ਕਵਿਤਾ ਅੰਦਰ ਪ੍ਰਵਾਹ ਦਾ ਹੋਣਾ ਜ਼ਰੂਰੀ ਹੈ ਅਤੇ ਇਸ ਨੂੰ ਪੜ੍ਹਨ 'ਤੇ ਇਹ ਮਹਿਸੂਸ ਹੋਵੇ ਜਿਵੇਂ ਕਿ ਕੋਈ ਨਦੀ ਜਾਂ ਝਰਨਾ ਆਪਣੇ ਕੁਦਰਤੀ ਵਹਾਅ ਵਿੱਚ ਬਿਨਾਂ ਰੋਕ ਟੋਕ ਤੁਰਿਆ ਜਾਂਦਾ ਹੈ। ਜਿਸ ਕਵਿਤਾ ਆਪ ਮੁਹਾਰੇ ਨਹੀਂ ਹੁੰਦੀ ਉਹ ਕਵਿਤਾ ਕਦੇ ਵੀ ਉੱਚੇ ਦਰਜੇ ਦੀ ਨਹੀਂ ਹੋ ਸਕਦੀ। ਪੰਜਵਾਂ ਤੱਤ ਬਿੰਬ। ਕਵਿਤਾ ਵਿੱਚ ਬਿੰਬ ਹੋਣਾ ਬਹੁਤ ਜ਼ਰੂਰੀ ਹੈ। ਥੋੜ੍ਹਾ ਕਹਿ ਕੇ ਡੂੰਘਾਈ ਵਿੱਚ ਜਾ ਕੇ ਗੱਲ ਸਮਝਾਉਣ ਲਈ ਅੱਖਾਂ ਸਾਹਮਣੇ ਕਿਸੇ ਘਟਨਾ ਦਾ ਚਿੱਤਰ ਖਿੱਚ ਲੈਣ ਲਈ ਬਿੰਬਾਂ ਦੀ ਲੋੜ ਹੁੰਦੀ ਹੈ। ਬਿੰਬ ਇੰਦਰੀਆਂ ਦੇ ਮਾਧਿਅਮ ਰਾਹੀਂ ਅਧਿਆਤਮਕ ਅਤੇ ਬੌਧਿਕ ਸੱਚਾਈ ਉੱਪਰ ਪਹੁੰਚ ਦਾ ਮਾਰਗ ਹੁੰਦਾ ਹੈ। ਸ਼ੇਖ ਫਰੀਦ ਜੀ ਨੇ ਬਗਲਾ ਬਿੰਬ ਰਾਹੀਂ ਕਪਟੀ ਮਨੁੱਖ ਨੂੰ ਚਿਤਰਿਆ ਸੀ। ਛੇਵਾਂ ਤੱਤ ਛੰਦ। ਪੁਰਾਤਨ ਵਿਦਵਾਨਾਂ ਅਨੁਸਾਰ ਛੰਦ ਦੀ ਲੋੜ ਕਵਿਤਾ ਦੇ ਸੰਬੰਧ ਵਿੱਚ ਪੈਂਦੀ ਹੈ। ਛੰਦ ਕਵਿਤਾ ਅੰਦਰ ਇੱਕ ਪ੍ਰਕਾਰ ਦਾ ਸੰਤੁਲਨ ਲਿਆਉਂਦਾ ਹੈ ਅਤੇ ਜਜ਼ਬਿਆਂ ਨੂੰ ਲਗਾਮ ਪਾਉਂਦਾ ਹੈ। ਅੱਜ ਦੇ ਲੇਖਕ ਖੁੱਲ੍ਹੀ ਕਵਿਤਾ ਲਿਖਦੇ ਹਨ ਜਿਸ ਵਿੱਚ ਛੰਦਾਂ ਦੀ ਕੈਦ ਨਹੀਂ ਹੁੰਦੀ। ਸੱਤਵਾਂ ਤੱਤ ਭਾਸ਼ਾ। ਭਾਸ਼ਾ ਦੀ ਉਚਿਤ ਵਰਤੋਂ ਵੀ ਕਵਿਤਾ ਦੇ ਬਹੁਤ ਜ਼ਰੂਰੀ ਹੈ। ਜੇਕਰ ਕਵਿਤਾ ਠੀਕ ਭਾਸ਼ਾ ਵਿੱਚ ਲਿਖੀ ਜਾਵੇ ਤਾਂ ਬਹੁਤ ਪਸੰਦ ਕੀਤੀ ਜਾਂਦੀ ਹੈ ਅਤੇ ਪੜ੍ਹਨ ਸੁਣਨ ਵਾਲਿਆਂ ਨੂੰ ਅਪੀਲ ਕਰਦੀ ਹੈ। ਭਾਸ਼ਾ ਕਵਿਤਾ ਵਿੱਚ ਇੱਕ ਪ੍ਰਕਾਰ ਦਾ ਚਮਤਕਾਰ ਪੈਦਾ ਕਰਦੀ ਹੈ ਜਿਸ ਨਾਲ ਪੜ੍ਹਨ ਸੁਣਨ ਵਾਲਿਆਂ ਉੱਪਰ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਅੱਠਵਾਂ ਤੱਤ ਅਲੰਕਾਰ। ਅਲੰਕਾਰ ਵੀ ਕਵਿਤਾ ਦਾ ਇੱਕ ਪ੍ਰਮੁੱਖ ਤੱਤ ਹੈ। ਅਲੰਕਾਰਾਂ ਦੀ ਵਰਤੋਂ ਨਾਲ ਕਵਿਤਾ ਅੰਦਰ ਜਾਨ ਆਉਂਦੀ ਹੈ। ਪੱਛਮੀ ਵਿਦਵਾਨ ਲੁਕਸ ਇੱਕ ਥਾਂ ਆਖਦਾ ਹੈ, ਉਪਮਾ ਤੇ ਰੂਪਕ ਤੋਂ ਸੱਖਣੀ ਸ਼ੈਲੀ ਮੈਨੂੰ ਇਉਂ ਜਾਪਦੀ ਹੈ ਜਿਵੇਂ ਸੂਰਜ ਦੀ ਰੋਸ਼ਨੀ ਤੋਂ ਹੀਣਾ ਦਿਨ ਅਤੇ ਪੰਛੀਆਂ ਤੋਂ ਸੱਖਣਾ ਜੰਗਲ ਹੋਵੇ। ਨੌਵਾਂ ਤੱਤ ਪ੍ਰਤੀਕ। ਜਿਹੜੇ ਕਾਵਿ ਚਿੰਨ੍ਹ ਕੱਸ ਕੱਸ ਕੇ ਲੋਕਾਂ ਵਿੱਚ ਹਰਮਨ ਪਿਆਰਾ ਹੋ ਜਾਂਦਾ ਹੈ ਉਸਨੂੰ ਪ੍ਰਤੀਕ ਆਖਦੇ ਹਨ। ਪ੍ਰਤੀਕ ਕਵਿਤਾ ਦੀ ਜਿੰਦ ਜਾਨ ਹੁੰਦੇ ਹਨ। ਦੋ ਟੋਟਿਆਂ ਵਿੱਚ ਭੋ ਟੁੱਟੀ, ਇੱਕ ਮਹਿਲਾਂ ਦੀ ਇੱਕ ਡੋਕਾਂ ਦੀ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦੀ ਇੱਕ ਜੋਕਾਂ ਦੀ। ਦਸਵਾਂ ਤੱਤ ਸ਼ੈਲੀ। ਹਰੇਕ ਕਵੀ ਦਾ ਆਪਣਾ ਲਿਖਣ ਢੰਗ ਹੁੰਦਾ ਹੈ। ਜੇਕਰ ਕੋਈ ਦੋ ਕਵੀ ਕਿਸੇ ਇੱਕ ਗੱਲ ਨੂੰ ਲੈ ਕੇ
ਕਵਿਤਾ ਲਿਖਣ ਤਾਂ ਦੋਹਾਂ ਦੀ ਕਵਿਤਾ ਦੀ ਨੁਹਾਰ ਵੱਖਰੀ ਹੋਵੇਗੀ। ਸ਼ੈਲੀ ਇੱਕ ਅੰਦਾਜ਼ ਹੈ, ਲਿਖਣ ਢੰਗ ਹੈ। ਕਵਿਤਾ ਅੰਦਰ ਇਸਦਾ ਮਹੱਤਵ ਵਿਸ਼ੇਸ਼ ਹੀ ਰਹਿੰਦਾ ਹੈ। ਕਿਸੇ ਦੀ ਸ਼ੈਲੀ ਦੀ ਨਕਲ ਕਿਸੇ ਨੂੰ ਉੱਚਾ ਕਵੀ ਨਹੀਂ ਬਣਾ ਸਕਦੀ। ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਕਵਿਤਾ ਮਨੁੱਖ ਦੇ ਧੁਰ ਅੰਦਰ ਦੀ ਆਵਾਜ਼ ਹੈ। ਜੋ ਕੁਝ ਮਨੁੱਖ ਦੇ ਮਨ ਅੰਦਰ ਹੁੰਦਾ ਹੈ ਉਹ ਆਪ ਮੁਹਾਰੇ ਬਾਹਰ ਵੱਲ ਮੂੰਹ ਕਰ ਲੈਂਦਾ ਹੈ। ਕਵਿਤਾ ਦੇ ਪ੍ਰਮੁੱਖ ਤੱਤਾਂ ਵਿੱਚ ਕਲਪਨਾ, ਜਜ਼ਬਾ ਜਾਂ ਵਲਵਲਾ, ਤਾਲ ਜਾਂ ਰਿਦਮ, ਪ੍ਰਵਾਹ, ਬਿੰਬ, ਭਾਸ਼ਾ, ਅਲੰਕਾਰ, ਛੰਦ, ਪ੍ਰਤੀਕ, ਰਸ ਅਤੇ ਸ਼ੈਲੀ ਆਦਿ ਸ਼ਾਮਲ ਹਨ। ਕਵਿਤਾ ਦੇ ਤੱਤਾਂ ਤੋਂ ਬਾਅਦ ਅਸੀਂ ਪੰਜਾਬੀ ਕਵਿਤਾ ਦੇ ਕੁਝ ਪ੍ਰਮੁੱਖ ਕਵੀਆਂ ਬਾਰੇ ਪੜ੍ਹਾਂਗੇ। ਸੂਫੀ ਕਵੀ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ। ਗੁਰੂ ਕਾਵਿ ਪਰੰਪਰਾ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ। ਕਿੱਸਾ ਕਾਵਿ ਪਰੰਪਰਾ ਵਿੱਚ ਦਮੋਦਰ, ਪੀਲੂ, ਵਾਰਿਸ ਸ਼ਾਹ, ਹਾਸ਼ਮ ਸ਼ਾਹ। ਬੀਰ ਕਾਵਿ ਪਰੰਪਰਾ ਵਿੱਚ ਗੁਰੂ ਗੋਬਿੰਦ ਸਿੰਘ ਜੀ, ਨਜਾਬਤ ਅਤੇ ਸ਼ਾਹ ਮੁਹੰਮਦ। ਆਧੁਨਿਕ ਕਵਿਤਾ ਵਿੱਚ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋਫੈਸਰ ਪੂਰਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਬਾਵਾ ਬਲਵੰਤ, ਹਰਭਜਨ ਸਿੰਘ, ਪਾਸ਼ ਅਤੇ ਸੁਰਜੀਤ ਪਾਤਰ ਆਦਿ ਵਿਸ਼ੇਸ਼ ਹਨ।